ਮਕਸਦ ਇਹੀ ਸੀ ਕਿ ਮੇਰੇ ਜਿਹੜੇ ਵੱਡੇ ਵਡੇਰੇ ਨੇ ਉਹ ਇੱਥੋਂ ਕਿਸ ਤਰ੍ਹਾਂ ਗਏ, ਕਿਉਂਕਿ ਇੱਕ ਨਾਰਮਲ ਚੱਲ ਰਿਹਾ ਸਟੇਸ਼ਨ ਹੈ, ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਹੋਏਗਾ ਕਿ ਇੱਕ ਜਿਹੜੀ ਉਹ ਲੈਂਡ ਵੀ ਜਿਹੜੀ ਸੀਗੀ ਉਹ ਤੋੜ ਦਿੱਤੀ ਸੀ ਹੁਣ, ਕਿਉਂਕਿ ਜਿਹੜਾ ਆਉਂਦਾ ਹੋਏਗਾ ਜੇਲਮ 'ਚ ਹੀ ਹੈ ਕੋਈ ਤਹਿਸੀਲ। ਅੱਛਾ, जी मैं अंजम गिल और तुसी देख रहे हो अंजम गिल व्लॉग्स ते इस टाइम मौजूद आ कामोकी रेलवे स्टेशन ते नाल ने अमेरिका तो आए साडे दोस्त जशन सिंह बाजवा जी। सो इस स्टेशन ते क्यों आए आ, जिस तरह के हर पंजाबी दे दिल विच वंड दा एक दर्द हुंदा है। पार्टीशन होई 1947 च। सो इस जगह ते जिहड़ी पिंड दादन खां तो रेलगड्डी आई, वो सारी रेलगड्डी जिहड़े जिन्ने भी लोग सन इस स्टेशन ते कामों की रेलवे स्टेशन पे वो सारिਆਂ ਦਾ कतल हो गया। सो सारी ट्रेन ਜਿਹੜੀ ਵੱਢੀ ਗਈ। सो ਇਹ ਸਾਰੀ ਗੱਲਬਾਤ ਅਸੀਂ ਜਸਨ ਸਿੰਘ ਜਿਹੜੇ ਅਮਰੀਕਾ ਤੋਂ ਆਏ ਨੇ ਉਹਨਾਂ ਕੋਲੋਂ ਜਾਣਾਂਗੇ। ਬਾਜਵਾ ਸਾਹਿਬ, ਤੁਸੀਂ ਅੱਜ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ। ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕਰ ਰਿਹਾ ਸੀ ਕਿ ਹਰ ਪੰਜਾਬੀ ਦੇ ਦਿਲ ਦੇ ਵਿੱਚ ਵੰਡ ਦਾ ਦਰਦ ਹੈ। ਉਸ ਵੇਲੇ ਨੂੰ ਪੰਜਾਬੀ ਹੀ ਮਹਿਸੂਸ ਕਰ ਸਕਦੇ ਨੇ ਜਿਨ੍ਹਾਂ ਦੇ ਪਰਿਵਾਰ ਇਧਰੋਂ ਉੱਠ ਕੇ ਉਧਰ ਗਏ, ਉਧਰੋਂ ਉੱਠ ਕੇ ਇੱਧਰ ਆਏ। ਸੋ ਇਸ ਸਟੇਸ਼ਨ ਤੇ ਆਉਣ ਦਾ ਜਿਹੜਾ ਕਾਰਨ ਹੈ ਉਹ ਕਾਰਨ ਕੀ ਹੈ? ਜਿਹੜਾ ਮੇਰਾ ਪਹਿਲਾ ਮਕਸਦ ਇਹ ਹੈ, ਸਾਰਿਆਂ ਤੋਂ ਜਿਹੜੇ ਪਾਰਟੀਸ਼ਨ ਦੇ ਦੁੱਖ ਤੇ ਹੈਗੇ ਹੀ ਨੇ, ਪਰ ਉਸ ਤੋਂ ਵੱਡਾ ਇੱਕ ਇਹ ਦੁੱਖ ਹੈ ਵੀ ਇਸ ਪਾਰਟੀਸ਼ਨ ਦੀ ਜਿਹੜੀ ਹਿਸਟਰੀ ਹੈ ਇਹ ਕਿਸੇ ਵੀ ਕਿਤਾਬ ਦੇ ਵਿੱਚ ਇਹਦੀ ਬਹੁਤ ਘੱਟ ਡਾਕੂਮੈਂਟੇਸ਼ਨ ਹੈ। ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਕਈ ਲੋਕ ਤੇ ਜਿਹੜੇ ਆਪਣੇ ਨਵੇਂ ਇਲਾਕਿਆਂ ਦੇ ਉੱਤੇ ਵਿੱਚ ਪਹੁੰਚ ਗਏ ਤੇ ਨਵੇਂ ਸਿਰੇ ਜ਼ਿੰਦਗੀ ਸ਼ੁਰੂ ਕਰ ਲਈ ਤੇ ਆਪਣੀ ਪਾਰਟੀਸ਼ਨ ਦੀ ਕਹਾਣੀ ਜਿਸ ਤਰ੍ਹਾਂ ਕਿ ਮੇਰੇ ਦਾਦੀ ਜੀ ਮੈਨੂੰ ਦੱਸੀ ਤੇ ਦੱਸ ਸਕੇ, ਪਰ ਇਹ ਉਹਨਾਂ ਦੀ ਗੱਲ ਕੋਈ ਵੀ ਨਹੀਂ ਕਰਦਾ ਕਿ ਜਿਹੜੇ 2 ਮਿਲੀਅਨ ਲੋਕਾਂ ਨੇ ਜਾਨਾਂ ਗਵਾ ਦਿੱਤੀਆਂ ਤੇ ਉਹ ਕਦੀ ਵੀ ਦੂਸਰੇ ਪਾਸੇ ਨਾ ਪਹੁੰਚ ਸਕੇ ਤੇ ਉਹਨਾਂ ਦੀਆਂ ਕਹਾਣੀਆਂ ਇਹੋ ਜਿਹੇ ਕਾਮੋਕੀ ਵਰਗੇ ਸਟੇਸ਼ਨ ਦੇ ਉੱਪਰ ਹੀ ਹਮੇਸ਼ਾ ਦੇ ਲਈ ਖਤਮ ਹੋ ਗਈਆਂ ਤੇ ਨਾ ਹੀ ਕਿਸੇ ਇਤਿਹਾਸਕਾਰ ਜਾਂ ਹਿਸਟੋਰੀਅਨ ਨੇ ਇਹ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪਾਰਟੀਸ਼ਨ ਦੇ ਟਾਈਮ ਤੇ ਜਿਸ ਤਰ੍ਹਾਂ ਕਿ ਇਹ ਜ਼ਰੂਰ ਹਰ ਕਿਸੇ ਨੇ ਸੁਣਿਆ ਹੋਏਗਾ ਵੀ ਬਹੁਤ ਸਾਰੀਆਂ ਗੱਡੀਆਂ ਸਨ, ਗੱਡੀਆਂ ਵੱਢੀਆਂ ਜਾਂਦੀਆਂ ਸਨ, ਪਰ ਕਿੱਥੇ ਕਿਹੜੀ ਗੱਡੀ ਜਾਂਦੀ ਸੀ ਇਹਦੀ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਤੇ ਨਾ ਹੀ ਕਿਸੇ ਨੇ ਇਹ ਕੋਸ਼ਿਸ਼ ਕੀਤੀ ਹੈ ਇਹ ਜਾਣਨ ਲਈ ਵੀ ਉਸ ਦਿਨ ਲੋਕਾਂ ਤੇ ਕੀ ਬੀਤੀ। ਤੁਹਾਨੂੰ ਇਹ ਚਿਣਕ ਕਿੱਥੋਂ ਲੱਗੀ ਕਿ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਆਉਂਦੇ ਨੇ, ਸੋ ਗੁਰਦੁਆਰਾ ਸਾਹਿਬ ਜਾਂਦੇ ਨੇ ਜਾਂ ਕਿ ਹੋਰ ਇੱਕ ਜਗ੍ਹਾ ਵੇਖੀਆਂ, ਬਹੁਤੇ ਤੋਂ ਬਹੁਤਾ ਆਪਣਾ ਪਿੰਡ ਵੇਖਿਆ ਵਾਪਸ ਚਲ ਗਏ, ਲੇਕਿਨ ਤੁਹਾਡੇ ਦਿਲ 'ਚ ਦਰਦ ਕਿੱਥੋਂ ਆਇਆ ਕਿ ਉਸ ਜਗ੍ਹਾ ਤੇ ਜਾਣਾ ਚਾਹੀਦਾ ਜਿੱਥੇ ਇੰਨੇ ਲੋਕ ਵੱਢੇ ਗਏ, ਜਿੱਥੇ ਪੂਰੀ ਟ੍ਰੇਨ ਵੱਢੀ ਗਈ? ਕੀ ਵੱਡਿਆਂ ਕੋਲੋਂ ਗੱਲਾਂ ਸੁਣਦੇ ਸੀ ਜਾਂ ਕਿਵੇਂ ਸਾਰਾ ਜਿਹੜੀ ਗੱਲਬਾਤ ਆ ਤੁਹਾਡੇ ਮਨ ਦੇ ਵਿੱਚ ਆਈ? ਮੇਰਾ ਇੱਥੇ ਆਉਣ ਦਾ ਮਕਸਦ ਇਹੀ ਸੀ ਕਿ ਮੇਰੇ ਜਿਹੜੇ ਵੱਡੇ ਵਡੇਰੇ ਨੇ ਉਹ ਇੱਥੋਂ ਕਿਸ ਤਰ੍ਹਾਂ ਗਏ, ਕਿਉਂਕਿ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਹੈ ਕਿ ਮੇਰਾ ਪੂਰੇ ਨਾਨਕੇ ਦਾਦਕੇ ਸਭ ਵੱਖਰੇ ਵੱਖਰੇ ਹਾਲਾਤਾਂ ਵਿੱਚ ਇੱਥੋਂ ਮੂਵ ਹੋਏ ਨੇ ਤੇ ਮੈਂ ਵੇਖਣਾ ਚਾਹੁੰਦਾ ਸੀ ਵੀ ਮੇਰੇ ਜਿਹੜੇ ਐਨਸੈਸਟਰ ਨੇ ਉਹਨਾਂ ਦੀ ਜਰਨੀ ਕਿਹੜੇ ਮੋੜਾਂ ਤੋਂ ਹੋ ਕੇ ਗੁਜ਼ਰੀ। ਕਾਮੋਕੀ ਇਸ ਤਰ੍ਹਾਂ ਆ ਜਾਂਦਾ ਹੈ। ਵੈਸੇ ਜਿਹੜੇ ਮੇਰੇ ਦਾਦਾ ਔਰ ਦਾਦੀ ਸੀ ਉਹ ਚੱਕ ਝੁਮਰੇ ਤੋਂ ਚੰਗ ਵਾਲੀ ਟ੍ਰੇਨ ਦੇ ਉੱਪਰ ਮੂਵ ਹੋਏ ਸੀਗੇ ਤੇ ਉਹ ਜਿਹੜੀ ਟ੍ਰੇਨ ਸੀ ਉਸੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਗੱਡੀ ਦੇ ਉੱਪਰ ਹਮਲਾ ਹੋਇਆ ਤੇ ਜਿਸ ਗੱਡੀ ਦੇ ਵਿੱਚ ਬਹੁਤ ਸਾਰੇ ਲੋਕ ਤਕਰੀਬਨ ਕਹਿੰਦੇ ਜਿਹੜੀ ਪੂਰੀ ਗੱਡੀ ਹੈ ਉਸ ਨੂੰ ਕਤਲ ਕਰ ਦਿੱਤਾ ਗਿਆ ਤੇ ਇਹ ਮੈਂ ਜਦੋਂ ਲੱਭਣ ਲੱਗਾ, ਕਿਉਂਕਿ ਇਹ ਸ਼ੁਰੂ ਹੁੰਦੀ ਹੈ ਮੇਰੇ ਜਿਹੜੇ ਗ੍ਰੈਂਡ ਮਦਰ ਦੀਆਂ ਕਹਾਣੀਆਂ ਤੋਂ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ ਤੇ ਜਿਹੜੀ ਗੱਡੀ ਤੇ ਉਹ ਬੈਠੇ ਸੀ ਉਹ ਗੱਡੀ ਝੰਗ ਵੱਲੋਂ ਆਈ ਸੀ ਤੇ ਜਿਹੜੀ ਝੰਗ ਵਾਲੀ ਗੱਡੀ ਸੀ, ਕਿਉਂਕਿ ਜੇ ਤੁਸੀਂ ਇੱਥੋਂ ਇਹ ਰੇਲਵੇ ਲਾਈਨ ਨੂੰ ਫੋਲੋ ਕਰਦੇ ਆ ਤੇ ਇਵੈਂਚੁਅਲੀ ਜਦੋਂ ਲਾਹੌਰ ਦੇ ਨਜ਼ਦੀਕ ਜਾਂਦੀ ਹੈ ਤੇ ਇਹ 3-4 ਜਿਹੜੀਆਂ ਗੱਡੀ ਦੀਆਂ ਲਾਈਨਾਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਤੇ ਉੱਥੇ ਇੱਕੋ ਹੀ ਪੁਲ ਤੇ ਇੱਕੋ ਹੀ ਸਿੰਗਲ ਲਾਈਨ ਸੀ ਤੇ ਉਸ ਕਰਕੇ ਕੀ ਹੁੰਦਾ ਸੀ ਵੀ ਜਿਸ ਤਰ੍ਹਾਂ ਵੱਖਰੇ ਵੱਖਰੇ ਹਿੱਸਿਆਂ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਨੇ
ਉਹ ਗੱਡੀਆਂ ਨੂੰ ਉਸ ਪੁਲ ਤੇ ਆਉਣ ਤੋਂ ਪਹਿਲਾਂ ਹੀ ਥੋੜ੍ਹੀ ਦੂਰੀ ਤੇ ਰੁਕਾ ਦਿੱਤਾ ਜਾਂਦਾ ਸੀ ਤਾਂ ਕਿ ਉਹ ਇੱਕ ਇੱਕ ਕਰਕੇ ਉਸ ਪੁਲ ਨੂੰ ਕ੍ਰਾਸ ਕਰ ਸਕਣ। ਤੇ ਜਿਹੜੇ ਮੇਰੇ ਗ੍ਰੈਂਡ ਪੇਰੈਂਟਸ ਸੀਗੇ ਉਹਨਾਂ ਦੀ ਗੱਡੀ ਜਿਹੜੀ ਸੀਗੀ ਝੰਗ ਵੱਲੋਂ ਆਈ ਤੇ ਚੱਕ ਝੁਮਰੇ ਰੁਕੀ, ਜਿੱਥੋਂ ਕਿ ਉਹ ਗੱਡੀ ਦੇ ਉੱਪਰ ਲਾਈਕ ਬੈਠੇ। ਤੇ ਉਹ ਗੱਡੀ ਜਿਹੜੀ ਹੈ ਉਹ ਲਾਹੌਰ ਦੇ ਨਜ਼ਦੀਕ ਕੋਈ ਸਟੇਸ਼ਨ ਹੋਏਗਾ ਜਿਸ ਦਾ ਨਾਮ ਸ਼ਾਦਰਾ ਹੈ, ਉੱਥੇ ਰੁਕਾ ਦਿੱਤੀ ਗਈ ਕਿਉਂਕਿ ਉੱਥੇ ਗੱਡੀ ਦੀਆਂ ਜਿਹੜੀਆਂ ਨੇ 3-4 ਲਾਈਨਾਂ ਸਨ ਤੇ ਉਹ ਬਾਕੀ ਗੱਡੀਆਂ ਨੂੰ ਜਿਹੜਾ ਹੈ ਪਹਿਲਾਂ ਲਾਈਕ ਲੰਘਣਾ ਸੀ। ਉਹਨਾਂ ਦੀ ਬਦਕਿਸਮਤੀ ਨਾਲ ਉਸੇ ਵਕਤ ਹੀ ਕੁਝ ਲੋਕਾਂ ਨੇ, ਕੁਝ ਬੇਰਹਿਮ ਲੋਕਾਂ ਨੇ ਇੱਕ ਜਿਹੜੀ ਅੰਮ੍ਰਿਤਸਰ ਗੱਡੀ ਹੈ ਉਸ ਦੇ ਵਿੱਚ ਹਰ ਕਿਸੇ ਬੰਦੇ ਨੂੰ ਲਾਈਕ ਕਤਲ ਕਰ ਦਿੱਤਾ ਗਿਆ। ਮਤਲਬ ਜਿਹੜੀ ਮੁਸਲਮਾਨਾਂ ਦੀ ਟ੍ਰੇਨ ਪਾਕਿਸਤਾਨ ਆ ਰਹੀ ਸੀ ਜੀ, ਉਹ ਸਾਰੀ ਟ੍ਰੇਨ ਉੱਥੇ ਕਤਲ ਹੋ ਗਈ। ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਉਹ ਕਤਲ ਹੋਈ। ਜੀ। ਉਹਦੇ ਕਰਕੇ ਜਿੰਨੀਆਂ ਵੀ ਗੱਡੀਆਂ ਬਾਕੀ ਏਰੀਆ ਤੋਂ ਆ ਰਹੀਆਂ ਸਨ, ਕਿਉਂਕਿ ਉਹ ਜਿਹੜਾ ਬ੍ਰਿਜ ਸੀਗਾ ਉੱਥੇ ਕਾਫੀ ਜ਼ਿਆਦਾ ਕਰਾਊਡ, ਕਾਫੀ ਜ਼ਿਆਦਾ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਕਿਉਂਕਿ ਜਿਸ ਤਰ੍ਹਾਂ ਹੀ ਉਹ ਗੱਡੀ ਲਾਈਕ ਆਈ, ਯਕੀਨੀ ਤੌਰ ਤੇ ਲੋਕਾਂ ਦੇ ਜਿਹੜੇ ਪਿਆਰੇ ਨੇ ਉਹਨਾਂ ਦੀ ਨੂੰ ਵੇਖ ਕੇ ਤੇ ਲੋਕ ਕਾਫੀ ਜ਼ਿਆਦਾ ਭੜਕ ਗਏ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਬਾਕੀ ਗੱਡੀਆਂ ਇੱਧਰੋਂ ਆ ਰਹੀਆਂ ਨੇ ਉਹਨਾਂ ਸਭ ਗੱਡੀਆਂ ਦੇ ਉੱਪਰ ਜਿਹੜਾ ਹੈ ਹਮਲਾ ਹੋਏਗਾ। ਤੇ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੀ ਪਹਿਲੀ ਗੱਡੀ ਜਿਹੜੀ ਹੈ ਉਹ ਮਿਸ ਹੋ ਗਈ ਸੀ। ਉਹ ਵੀ ਮੈਂ ਦੱਸਾਂਗਾ ਜਦੋਂ ਚੱਕ ਝੁਮਰੇ ਬਾਰੇ ਆਪਾਂ ਗੱਲ ਕਰਾਂਗੇ। ਹਾਂ, ਜਦੋਂ ਪਿੰਡ ਜਾਵਾਂਗੇ ਵੀ ਉਹ ਕਿਸ ਤਰ੍ਹਾਂ ਮਿਸ ਹੋ ਗਈ। ਤੇ ਉਹਨਾਂ ਜਿੰਨਾ ਵੀ ਪਰਿਵਾਰ ਸੀ ਉਹਨਾਂ ਤੋਂ ਇੱਕ ਪਹਿਲੀ ਗੱਡੀ ਦੇ ਉੱਤੇ ਆ ਗਿਆ ਤੇ ਜਿਹੜੀ ਉਹ ਫਿਰ ਦੂਸਰੀ ਗੱਡੀ ਜਿਹੜੀ ਝੰਗ ਵੱਲੋਂ ਆਈ ਸੀ ਤੇ ਉਹ ਝੰਗ ਵਾਲੀ ਗੱਡੀ ਦੇ ਉੱਤੇ ਜੀ। ਉਹ ਜਿਹੜੀ ਦੂਸਰੀ ਗੱਡੀ ਸੀ ਉਹ ਝੰਗ ਵਾਲੀ ਗੱਡੀ ਤੋਂ ਆਏ ਸਨ ਤੇ ਜਿੰਨੇ ਵੀ ਤਕਰੀਬਨ ਲੋਕ ਸਨ, ਚੱਕ ਝੁਮਰੇ ਦੇ ਲੋਕ ਸਨ, ਉਹ ਜਿਹੜੀ ਪਹਿਲੀ ਗੱਡੀ ਦੇ ਉੱਪਰ ਹੀ ਜਿਹੜੇ ਚਲ ਗਏ ਸਨ ਤੇ ਜਿਹੜੇ ਬਹੁਤ ਕੁਝ ਲੋਕ ਜਿਹੜੇ ਗੱਡੀ ਤੇ ਚੱਕ ਝੁਮਰੇ ਨਹੀਂ ਚੜ੍ਹ ਪਾਏ ਤੇ ਉਹ ਰਹਿ ਗਏ ਸਨ। ਤੇ ਫਿਰ ਇੱਕ ਗੱਡੀ ਜਿਹੜੀ ਝੰਗ ਮਗਿਆਣੇ ਵੱਲੋਂ ਆਈ ਸੀ ਤੇ ਉਹ ਉਸ ਗੱਡੀ ਦੇ ਵਿੱਚ ਬੈਠੇ ਸਨ ਤੇ ਤਕਰੀਬਨ ਜਿੰਨੇ ਵੀ ਲੋਕੀ ਉਸ ਗੱਡੀ 'ਚ ਬੈਠੇ ਸੀਗੇ ਉਹ ਸਾਰੇ ਲੋਕ ਝੰਗ ਤੋਂ ਆਏ ਸੀ। ਤੇ ਉਹ ਗੱਡੀ ਜਿਹੜੀ ਹੈ ਉਸ ਨੂੰ ਸ਼ਾਦਰੇ ਦੇ ਕਰੀਬ ਲਾਈਕ ਜਿੱਥੇ ਰੁਕਾ ਦਿੱਤਾ ਗਿਆ ਤੇ ਦੂਸਰੀ ਗੱਡੀ ਤੇ ਅੰਮ੍ਰਿਤਸਰ ਵਾਲੀ ਗੱਡੀ ਤੇ ਹਮਲਾ ਹੋਣ ਕਰਕੇ ਉਹਨਾਂ ਨੇ ਇਹ ਕਿਹਾ ਗਿਆ ਵੀ ਇਹ ਗੱਡੀ ਦੀ ਜਿਹੜੀ ਹੈ ਪਟੜੀ ਤੋੜ ਦਿੱਤੀ ਗਈ ਹੈ ਤੇ ਇਹ ਜਿਹੜੀ ਗੱਡੀ ਹੈ ਸਾਰੀ ਜਿਹੜੀ ਗੱਡੀ ਹੈ ਵੱਢੀ ਜਾਏਗੀ। ਇਸ ਤਰ੍ਹਾਂ ਉਹਨਾਂ ਦੀ ਗੱਡੀ ਸ਼ਾਇਦ 1-2 ਦਿਨ ਲਾਈਕ ਉੱਥੇ ਸ਼ਾਦਰੇ ਦੇ ਨਜ਼ਦੀਕ ਡੱਕੀ ਰਹੀ ਬਿਨਾਂ ਕਿਸੇ ਲਾਈਕ ਖਾਣੇ ਦੇ, ਬਿਨਾਂ ਲਾਈਕ ਪਾਣੀ ਦੇ। ਉੱਥੇ ਨਾਲ ਹੀ ਕੋਈ ਛੱਪੜ ਜਾਂ ਨਾਲਾ ਸੀ ਜਿੱਥੋਂ ਲੋਕਾਂ ਨੇ ਪਾਣੀ ਭਰ ਕੇ ਲਾਈਕ ਪੀਤਾ ਤੇ ਉਹ ਬੜਾ ਜਿਹੜੇ 2 ਦਿਨ ਸੀ ਉਹਨਾਂ ਦੇ ਬੜੇ ਮੁਸ਼ਕਿਲ ਨਿਕਲੇ। ਪਰ ਕਈ ਲੋਕਾਂ ਦੀ ਵਹਿਮ ਦਿਲੀ ਸੀ ਵੀ ਜਿਨ੍ਹਾਂ ਨੇ ਕੁਝ ਬਿਲਕੁਲ ਵੀ ਘੱਟ ਚੀਜ਼ ਅੰਮ੍ਰਿਤਸਰ ਵਾਲੀ ਗੱਡੀ ਤੇ ਹਮਲਾ ਹੋਣ ਤੋਂ ਬਾਅਦ ਇਹ ਜਿਹੜੀ ਗੱਡੀ ਹੈ ਇਹ ਜਿਹੜੀ ਹੈ ਜੇਹਲਮ ਜ਼ਿਲ੍ਹੇ ਦੇ ਪਿੰਡ ਦਦਨ ਖਾਨ ਕੋਈ ਤਹਿਸੀਲ ਹੋਏਗੀ ਤੇ ਇਹ ਉੱਥੋਂ ਆ ਰਹੀ ਸੀ ਤੇ ਉਸ ਗੱਡੀ ਨੂੰ ਇੱਥੇ ਰੋਕਿਆ ਗਿਆ ਤੇ ਇੱਥੇ ਜਿਹੜੇ ਨੇ ਕਾਫੀ ਲੋਕਾਂ ਨੂੰ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ। ਤਕਰੀਬਨ ਜਿੱਥੋਂ ਤੱਕ ਕਿ ਕਿਹਾ ਗਿਆ ਕਿ ਪੂਰੀ ਗੱਡੀ ਜਿਹੜੀ ਹੈ ਉਹ ਇੱਥੇ ਵੱਢੀ ਗਈ। ਫਿਰ ਇਹ ਗੱਡੀ ਤੁਰਦੀ ਫਿਰਦੀ ਜਦੋਂ ਸ਼ਾਦਰੇ ਵੱਲ ਪਹੁੰਚੀ ਤੇ ਜਿੱਥੋਂ ਤੱਕ ਕਿ ਮੇਰੇ ਦਾਦਾ ਦਾਦੀ ਜਿਹੜੇ ਝੰਗ ਵਾਲੀ ਗੱਡੀ ਤੇ ਬੈਠੇ ਸਨ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਜਿਹੜੀ ਗੱਡੀ ਉਹਨਾਂ ਤੋਂ ਪਹਿਲਾਂ ਗਈ ਹੈ ਤੇ ਉਹ ਗੱਡੀ ਵਿੱਚ ਹਰ ਕਿਸੇ ਨੂੰ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੇ ਸਮਝਿਆ ਕਿ ਸ਼ਾਇਦ ਜਿਹੜੀ ਗੱਡੀ ਪਹਿਲਾਂ ਝੰਗ ਵੱਲੋਂ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਸਾਰੇ ਅਜ਼ੀਜ਼, ਸਾਰੇ ਪਿੰਡ ਦੇ ਲੋਕ ਨੇ, ਕਿ ਉਹ ਗੱਡੀ ਕਤਲ ਕਰ ਦਿੱਤੀ ਗਈ ਹੈ। ਤੇ ਜਦੋਂ 1-2 ਦਿਨ ਰੁਕਣਾ ਤੇ ਇੱਕ ਉਹ ਜਿਹੜਾ ਗਮ ਹੈ ਉਹ ਬਹੁਤ ਜਿਹੜਾ ਉਹਨਾਂ ਲਈ 2 ਦਿਨ ਜਿਹੜੇ ਸੀ ਉਹ ਬਹੁਤ ਮੁਸ਼ਕਿਲ ਦੇ ਸੀ। ਮਤਲਬ 2 ਦਿਨ ਇਹੀ ਸੋਚਦੇ ਰਹੇ ਕਿ ਸਾਡੇ ਸਾਰੇ ਪਰਿਵਾਰ ਜਿਹੜਾ ਉਹ ਵੱਢ ਦਿੱਤਾ ਗਿਆ ਤੇ ਉਹਨਾਂ ਨੇ ਇਹ ਵੀ ਸੋਚਿਆ ਕਿ ਸ਼ਾਇਦ ਹੁਣ ਕੋਈ ਫਾਇਦਾ ਨਹੀਂ ਵੀ ਕੋਈ ਜਿਹੜਾ ਹੈਗਾ ਵੀ ਸ਼ੇਖੂਪੁਰੇ ਵਾਲੇ ਵੀ ਰਿਸ਼ਤੇਦਾਰ ਨਹੀਂ ਕੋਈ ਬਚਿਆ, ਚੱਕ ਝੁਮਰੇ ਵਾਲਾ ਵੀ ਨਹੀਂ ਕੋਈ ਬਚਿਆ ਤੇ ਹੁਣ ਅਸੀਂ ਇੱਥੇ ਹੀ ਰਹਿ ਜਾਈਏ। ਪਰ ਉਹ ਕਿਉਂਕਿ ਕਾਫੀ ਦੂਰ ਨਿਕਲੇ ਆਏ ਸਨ ਚੱਕ ਝੁਮਰੇ ਤੋਂ ਤੇ ਫਿਰ ਵਾਪਸ ਜਾਣਾ ਮੁਨਾਸਬ ਨਹੀਂ ਸੀ ਤੇ ਫਿਰ ਉਹ ਜਿਹੜੇ ਗੱਡੀ ਤੇ ਅੱਗੇ ਹੀ ਜਿਸ ਤਰ੍ਹਾਂ ਤੁਰਦੇ ਆਏ ਤੇ ਪਰ ਜਦੋਂ ਫਿਰ ਫਾਈਨਲੀ ਜਦੋਂ ਪਹੁੰਚੇ ਕਿਉਂਕਿ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਚੱਕ ਝੁਮਰੇ ਵਾਲੀ ਗੱਡੀ ਸਹੀ ਪਹੁੰਚ ਗਈ ਹੈ ਪਰ ਜਿਹੜੀ ਗੱਡੀ ਉਹਨਾਂ ਤੋਂ ਪਹਿਲਾਂ ਤੇ ਇੱਕ ਗੱਡੀ ਜਿਹੜੀ ਉਹਨਾਂ ਤੋਂ ਬਾਅਦ ਹੈ ਉਹ ਜਿਹੜੀ ਹੈ ਗੱਡੀ ਜਿਹੜੀ ਪੂਰੀ ਕਤਲ ਕਰ ਦਿੱਤੀ ਗਈ। ਤੇ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿਉਂਕਿ
ਬਹੁਤ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਿਸਟਰੀ ਦੇ ਵਿੱਚ ਇਹ ਗੱਡੀਆਂ ਦੀ ਕੋਈ ਗੱਲ ਨਹੀਂ ਕਰਦਾ ਜਾਂ ਕੋਈ ਡਾਕੂਮੈਂਟੇਸ਼ਨ ਨਹੀਂ ਹੈ। ਅਤੇ ਮੈਨੂੰ ਇਹ ਸੀਗੀ ਕਿਊਰੀਓਸਿਟੀ ਵੀ ਉਹ ਜਿਹੜੀਆਂ 2 ਗੱਡੀਆਂ ਕਿਹੜੀਆਂ ਸਨ, ਵੀ ਜਿਹੜੀ ਇੱਕ ਜਿਹੜੀ ਉਹਨਾਂ ਤੋਂ ਪਹਿਲਾਂ ਗਈ ਜਾਂ ਬਾਅਦ 'ਚ। ਅਤੇ ਉਹ ਥੋੜ੍ਹਾ ਲੱਭਣ ਤੋਂ ਬਾਅਦ, ਜਿਸ ਤਰ੍ਹਾਂ ਇੱਕ ਆਸਟ੍ਰੇਲੀਆ ਦੇ ਨਿਊਜ਼ਪੇਪਰ 'ਚ ਮੈਂ ਰਫਲੀ ਲੈ ਕੇ ਖਬਰ ਪੜ੍ਹੀ ਕਿ ਜਿੱਥੋਂ ਮੈਨੂੰ ਆਈਡੀਆ ਲੱਗਿਆ ਕਿ ਅੰਮ੍ਰਿਤਸਰ ਵਾਲੀ ਗੱਡੀ ਜਿਹੜੀ ਹੈ 25 ਸਤੰਬਰ ਦੇ ਕਰੀਬ, 23-24 ਸਤੰਬਰ ਦੇ ਕਰੀਬ ਚੱਲੀ ਹੋਏਗੀ। ਅਤੇ ਉਸੇ ਦੌਰਾਨ ਜਿਹੜੀਆਂ ਬਾਕੀ ਗੱਡੀਆਂ 'ਤੇ ਹਮਲਾ ਹੋਇਆ ਸੀ, ਇੱਕ ਜਿਹੜੀ ਉਹ 2 ਪਿੰਡ ਦੱਦਨ ਖਾਨ ਤਹਿਸੀਲ ਜ਼ਿਲ੍ਹਾ ਜੇਹਲਮ ਤੋਂ ਹੀ ਆ ਰਹੀਆਂ ਸਨ। ਇੱਕ 'ਤੇ ਹਮਲਾ ਹੋਇਆ ਸੀ, ਉਹ ਸਟੇਸ਼ਨ ਦਾ ਨਾਮ, ਉਹ ਇਹ ਸਟੇਸ਼ਨ ਸੀ ਲਾਈਕ ਕੰਮੋਕੀ, ਅਤੇ ਇੱਕ ਕੰਮੋਕੀ ਤੋਂ ਪਹਿਲਾਂ ਇੱਕ ਹੋਰ ਗੱਡੀ 'ਤੇ ਹਮਲਾ ਹੋਇਆ ਸੀ ਕਿ ਜਿਹੜਾ ਇੱਕ ਸਟੇਸ਼ਨ ਹੈ, ਮੈਨੂੰ ਉਹਦਾ ਨਾਮ ਨਹੀਂ ਕਹਿਣਾ ਆ ਰਿਹਾ, ਚਾਲੀਸਾ ਜਾਂ ਚਾਲੀਸਾ ਸਟੇਸ਼ਨ 'ਤੇ ਇੱਕ ਹਮਲਾ ਹੋਇਆ। ਅਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਹੋਰ ਟ੍ਰੇਨ ਜਿਹੜੀ ਕੁਛ ਦਿਨ ਬਾਅਦ ਆਈ, ਅਤੇ ਉਸ ਟ੍ਰੇਨ 'ਤੇ ਇੱਥੇ ਕੰਮੋਕੀ 'ਤੇ ਹਮਲਾ ਹੋਇਆ। ਉਹ ਗੱਡੀਆਂ ਫਿਰ ਬਿਲਕੁਲ ਰੁਕਦੀਆਂ ਨਹੀਂ ਸਨ, ਗੱਡੀ ਨਾਲ ਜੋ ਕੁਛ ਵੀ ਹੋਵੇ ਉਸ ਦੇ ਬਾਵਜੂਦ ਵੀ ਗੱਡੀਆਂ ਜਿਹੜੀਆਂ ਨੇ ਉਹ ਤੁਰਦੀਆਂ ਜਾਂਦੀਆਂ ਸਨ। ਅਤੇ ਸ਼ਾਇਦ ਹੁਣ ਮੈਨੂੰ ਇਹ ਖਿਆਲ ਆਉਂਦਾ ਹੈ ਕਿ ਜਿਹੜੀ ਮੇਰੀ ਦਾਦੀ ਜੀ ਸਮਝਦੇ ਸਨ ਵੀ ਜਿਹੜੀ ਉਹਨਾਂ ਤੋਂ ਪਹਿਲਾਂ ਜਿਹੜੀ ਗੱਡੀ ਗਈ ਹੈ, ਵੀ ਜਿਹੜੀ ਪੂਰੀ ਕਤਲ ਕਰ ਦਿੱਤੀ ਗਈ ਹੈ, ਸ਼ਾਇਦ ਉਹ ਚਾਲੀਸਾ ਵਾਲੀ ਗੱਡੀ ਸੀ। ਅਤੇ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਗੱਡੀ 'ਤੇ ਹਮਲਾ ਹੋਇਆ ਹੈ, ਅਤੇ ਉਹ ਜਿਹੜੀ ਗੱਡੀ ਇਸ ਕੰਮੋਕੀ ਸਟੇਸ਼ਨ 'ਤੇ ਜਿਹੜਾ ਹੈ ਉਹ ਹਮਲਾ ਹੋਇਆ ਸੀ। ਅਤੇ ਮੈਂ ਅੱਜ ਇੱਥੇ ਆਇਆ ਹਾਂ ਤਾਂ ਕਿ ਮੈਂ ਆਪਣੀਆਂ ਰਿਸਪੈਕਟਸ ਪੇ ਕਰਾਂ ਕਿ ਹਜ਼ਾਰਾਂ ਜਿਹੜੇ ਗ੍ਰੈਂਡ ਪੇਰੈਂਟਸ ਨੇ, ਜਿਹੜੇ ਕਿ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ, ਜਿਨ੍ਹਾਂ ਦੇ ਅੱਗੇ ਕੋਈ ਬਚਿਆ ਨਹੀਂ ਜਿਹੜਾ ਕਿ ਇਹ ਕਹਾਣੀ ਜਿਹੜੀ ਹੈ ਦੱਸ ਸਕੇ ਜਾਂ ਸ਼ੇਅਰ ਕਰ ਸਕੇ। ਅਮਰੀਕਾ ਵਿੱਚ ਤਾਂ ਜਾ ਕੇ ਲੋਕ ਬਹੁਤ ਬਦਲਾਅ ਆ ਜਾਂਦਾ ਵਾ, ਮਤਲਬ ਵੀ ਆਪਣੇ ਰੂਟਸ ਨਾਲ ਜੁੜੇ ਨਹੀਂ ਰਹਿੰਦੇ, ਤਕਰੀਬਨ ਕੰਮਾਂ ਕਾਰਾਂ 'ਚ ਪੈ ਜਾਂਦੇ ਆ। ਲੇਕਿਨ ਤੁਸੀਂ ਫਿਰ ਵੀ ਉਹੀ ਆਪਣਾ ਪਨ ਵਿੱਚ ਤੁਸੀਂ ਆਏ ਹੋ। ਮੈਂ ਨਾਨੀ ਦੇ ਪਿੰਡ ਵੀ ਜਾਣਾ ਵਾ, ਨਾਨੀ ਦੇ ਨਾਨਕਿਆਂ ਦੇ ਪਿੰਡ ਆਪਾਂ ਗਏ, ਅਤੇ ਆਪਣੇ ਦਾਦਕਿਆਂ ਦੇ ਪਿੰਡ ਜਾਣਾ ਵਾ, ਹੋਰ ਵੀ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਵੀ ਪਿੰਡ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਕੀ ਇਹ ਸਾਰੀਆਂ ਉਹ ਮਤਲਬ ਪੁਰਖਿਆਂ ਕੋਲੋਂ ਗੱਲਾਂ ਸੁਣ ਕੇ ਹੀ ਆਪਣੇ ਵਿੱਚ ਆਈਆਂ ਨੇ, ਜਾਂ ਆਪਣੇ ਤੌਰ ਦੇ ਵਿੱਚ ਇੱਕ ਜਿਵੇਂ ਇੱਕ ਚਿਣਕ ਜੀ ਹੁੰਦੀ ਆ ਚੰਗਿਆੜੀ ਕਿ ਉਹਨੂੰ ਕੋਈ ਛੇੜੇ, ਜਾਂ ਉਸ ਤਰ੍ਹਾਂ ਉਹ ਕਿਸੇ ਛੇੜਿਆ ਅਤੇ ਫਿਰ ਮਤਲਬ ਸਾਹਮਣੇ ਆਈ? ਨਹੀਂ ਜੀ, ਜ਼ਿਆਦਾਤਰ ਇਹ ਜਿਹੜੇ ਹੈਗਾ ਵੀ ਜਿਸ ਤਰ੍ਹਾਂ ਮੈਂ ਆਪਣੇ ਪੁਰਖਿਆਂ ਤੋਂ ਗੱਲਾਂ ਸੁਣੀਆਂ ਉਹਨਾਂ ਦਾ, ਕਿਉਂਕਿ ਕਾਫੀ ਦੁਖੀ ਰਹੇ ਲਾਈਕ ਸਾਰੀ ਉਮਰ ਇਸ ਪਾਰਟੀਸ਼ਨ ਨੂੰ ਲੈ ਕੇ। ਅਤੇ ਮੇਰੀ ਉਮਰ ਕੁਛ ਕਰੀਬ 4 ਸਾਲ ਦੀ ਹੋਏਗੀ ਜਦੋਂ ਦੀ ਮੈਂ ਇਹ ਗੱਲਾਂ ਸੁਣ ਰਿਹਾ ਹਾਂ, ਅਤੇ ਉਹ ਛਪੀਆਂ ਹੋਈਆਂ ਨੇ ਮੈਮਰੀ ਦੇ ਵਿੱਚ। ਅਤੇ ਹਮੇਸ਼ਾ ਸੀਗਾ ਕਿ ਮੈਂ ਜਾ ਕੇ ਵੇਖਾਂ ਵੀ ਕੀ ਹੈ। ਅਤੇ ਫਿਰ ਉਸ ਤੋਂ ਬਾਅਦ ਫਿਰ ਕਈ ਸਵਾਲ ਹੁੰਦੇ ਨੇ, ਕਈ ਜਿਹੜੇ ਸਵਾਲਾਂ ਦੇ ਜਵਾਬ ਨੇ ਤੁਹਾਡੇ ਪੁਰਖੇ ਜਿਹੜੇ ਨੇ ਉਹ ਦੇ ਜਾਂਦੇ ਨੇ, ਕਈ ਜਿਹੜੇ ਸਵਾਲ ਨੇ ਉਹ ਛੱਡ ਜਾਂਦੇ ਨੇ, ਜਿਸ ਤਰ੍ਹਾਂ ਕਿ ਕਿਹੜੀ ਗੱਡੀ ਸੀਗੀ ਜਿਹੜੀ ਕਿ ਉਹਨਾਂ ਦੀ ਗੱਡੀ ਤੋਂ ਪਹਿਲਾਂ ਜਾਂ ਬਾਅਦ ਨੂੰ, ਮਤਲਬ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਮੈਂ ਪਾਕਿਸਤਾਨ ਆਏ ਹੋ। ਹਾਂਜੀ, ਚਲੋ ਵਧੀਆ ਲੱਗਾ ਗੱਲਬਾਤ ਕਰਕੇ। ਤੁਸੀਂ ਉਹਨਾਂ ਲੋਕਾਂ ਦੀ ਰਿਸਪੈਕਟ ਜੀ ਇਸ ਜਗ੍ਹਾ 'ਤੇ ਆਏ। ਰਿਸਪੈਕਟ ਹੈ ਵੀ ਅੱਜ ਸ਼ਾਇਦ ਇਹ ਇੱਕ ਨਾਰਮਲ ਚੱਲ ਰਿਹਾ ਸਟੇਸ਼ਨ ਹੈ, ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਹੋਏਗਾ ਕਿ ਇੱਕ ਦਿਨ ਜਿਹੜਾ ਕਿ ਸਤੰਬਰ ਦੇ ਅਖੀਰ ਦੇ ਵਿੱਚ ਸੰਨ 1947 ਦੇ ਵਿੱਚ ਜੋ ਮੰਜ਼ਰ ਇਸ ਸਟੇਸ਼ਨ ਨੇ ਵੇਖਿਆ, ਬਿਲਕੁਲ ਲਾਈਕ ਦਿਲ ਨੂੰ ਦਹਿਲਾਉਣ ਵਾਲਾ ਸੀ।